यस। HPC ਦਾ ਦਫ਼ਤਰ ਇਹੀ ਹੈ? हाँ जी आही है। मैं अंदर आ सकती हूँ? हाँ जी आओ। अस्सलाम वालेकुम। वालेकुम सलाम। बैठो। ਅੱਛਾ, ਉਹ ਮੈਂ ਨਾ ਇਸ਼ਤਿਹਾਰ ਪੜਿਆ ਸੀ ਅਖਬਾਰ ਦੇ ਵਿੱਚ ਤੇ ਮੈਨੂੰ ਜੌਬ ਦੀ ਜ਼ਰੂਰਤ ਸੀ। ਮੈਂ ਇਸ ਸਿਲਸਿਲੇ ਦੇ ਵਾਸਤੇ ਆਈ ਸੀ ਇੱਧਰ। ਆਹੋ, ਇਸ਼ਤਿਹਾਰ ਤੇ ਅਸੀਂ ਦਿੱਤਾ ਸੀਗਾ ਤੇ ਸਾਨੂੰ ਆਪਣੇ ਦਫ਼ਤਰ ਵਾਸਤੇ ਤੁਹਾਡੇ ਵਰਗੀ ਖੂਬਸੂਰਤ ਲੜਕੀ ਹੀ ਚਾਹੀਦੀ ਹੈ। ਮੈਂ ਤੁਹਾਡੀ ਗੱਲ ਨਹੀਂ ਸਮਝੀ। ਕੀ ਮਤਲਬ ਤੁਹਾਡਾ? ਖੂਬਸੂਰਤ ਲੜਕੀ? ਉਹ ਮੇਰਾ ਮਤਲਬ ਆ ਕਿ ਸਾਨੂੰ ਤੁਹਾਡੇ ਵਰਗੀ ਖੂਬਸੂਰਤ ਕੁੜੀ ਹੀ ਚਾਹੀਦੀ ਆ ਆਪਣੇ ਦਫ਼ਤਰ ਵਾਸਤੇ। ਅੱਛਾ ਅੱਛਾ, ਸਹੀ। ਇਹ ਨਾ ਮੇਰੀ CV ਹੈ ਤੇ ਤੁਸੀਂ ਦੇਖ ਲਓ ਤੇ ਕੋਈ ਕਮੀ ਪੇਸ਼ੀ ਹੋਏ ਤੇ ਕੋਈ ਸਵਾਲ ਪੁੱਛਣਾ ਹੈ ਤੇ ਮੈਨੂੰ ਦੱਸ ਦੇਣਾ ਤੇ ਪੁੱਛ ਸਕਦੇ ਹੋ ਤੁਸੀਂ। ਤੇ ਨਾਲੇ ਨਾ ਮੈਨੂੰ ਨਾ ਇਸ ਜੌਬ ਦੀ ਬਹੁਤ ਜ਼ਰੂਰਤ ਹੈ ਤੇ ਤੁਹਾਡੀ ਬਹੁਤ ਮਿਹਰਬਾਨੀ ਹੋਏਗੀ ਤੇ ਤੁਸੀਂ ਮੈਨੂੰ ਇਹ ਜੌਬ ਦੇ ਦਿਓ। ਇਹ ਮੇਰੀ CV ਤੁਸੀਂ ਚੈੱਕ ਕਰ ਲਓ। ਬੈਠ ਜਾਓ ਜੀ। CV ਤੇ ਤੁਹਾਡੀ ਚੰਗੀ ਆ, ਡਿਗਰੀਆਂ ਵੀ ਚੰਗੀਆਂ ਆ, ਪਹਿਲੇ ਵੀ ਕੰਮ ਕੀਤਾ ਹੋਇਆ ਤੁਸੀਂ। ਤੇ ਇੱਕ ਗੱਲ ਦੱਸੋ ਮੈਨੂੰ, ਇਹ ਕੰਮ ਕਿਉਂ ਛੱਡਿਆ ਤੁਸੀਂ? ਉਹ ਨਾ ਤਨਖਾਹ ਬਹੁਤ ਘੱਟ ਦਿੰਦੇ ਸੀ, ਇਸ ਵਾਰ ਤਾਂ ਮੈਂ ਛੱਡਤਾ। ਘੱਟ ਤਨਖਾਹ 'ਚ ਕਿੱਥੇ ਗੁਜ਼ਾਰਾ ਹੁੰਦਾ ਅੱਜ ਕੱਲ੍ਹ? ਤੇ ਫਿਰ ਮੈਂ ਜੌਬ ਪੱਕੀ ਸਮਝਾਂ? ਕਿੰਨੀ ਤੁਸੀਂ ਤਨਖਾਹ ਦਿਓਗੇ ਮੈਨੂੰ? ਤਨਖਾਹ ਤਾਂ ਜਿੰਨੇ ਤੁਸੀਂ ਖੂਬਸੂਰਤ ਆ ਉਸ ਹਿਸਾਬ ਨਾਲ ਹੀ ਹੋਏਗੀ। ਤਨਖਾਹ ਦੀ ਕਿਹੜੀ ਗੱਲ ਆ, ਜਿੰਨੀ ਤੁਸੀਂ ਕਹੋਗੇ ਲਾ ਦੇਾਂਗੇ। ਜਿੰਨੀ ਤੁਹਾਨੂੰ ਮੁਨਾਸਿਬ ਲੱਗਦਾ ਨਾ ਉਨੀ ਦੱਸ ਦਿਓ। ਮੈਨੂੰ ਤੇ ਸਾਰੀ ਮੁਨਾਸਿਬ ਹੀ ਹੈ, ਜਿੰਨੀ ਤੁਸੀਂ ਕਹਿਣਾ ਵਾ ਮੈਂ ਤੁਹਾਡੀ ਤਨਖਾਹ ਲਾ ਦੇਣੀ ਹੈ। ਨਹੀਂ ਫਿਰ ਵੀ ਤੁਸੀਂ ਦੱਸ ਸਕਦੇ ਹੋ, ਕੋਈ ਮਸਲਾ ਨਹੀਂ ਹੈ। ਤੁਸੀਂ ਮੇਰੇ ਕੋਲ ਡਰਨ ਦੇ ਆ? ਨਹੀਂ, ਅਸੀਂ ਤੇ ਗੱਲ ਹੀ ਕਰ ਰਹੇ ਨੇ। ਉਹ ਡਰੋ ਨਾ, ਤੁਸੀਂ ਮੇਰੇ ਕੋਲ ਹੀ ਹੁਣ ਕੰਮ ਕਰਨਾ ਵਾ। ਫਿਰ ਦੱਸ ਦਿਓ ਫਿਰ। ਕਿੰਨੀ ਚਾਹੀਦੀ ਹੈ? 50,000, 70,000 ਜਾਂ 1 ਲੱਖ? ਨਹੀਂ ਨਹੀਂ, ਜਿੰਨਾ ਕਿ ਮੇਰੀ ਇਹ ਜੌਬ ਦੀ ਹੋਣੀ ਚਾਹੀਦੀ ਹੈ ਨਾ ਉਨੀ ਤੁਸੀਂ ਦੱਸ ਦਿਓ। ਛੱਡੋ ਪਰੇ, ਜੋਬ ਨੂੰ ਛੱਡ ਦਿਓ। ਤੁਸੀਂ ਦੱਸੋ ਤੁਹਾਨੂੰ ਕਿੰਨੀ ਸੈਲਰੀ ਚਾਹੀਦੀ ਹੈ? ਮੈਂ ਜੌਬ ਨੂੰ ਕਿਸ ਤਰ੍ਹਾਂ ਛੱਡ ਸਕਦੀ ਹਾਂ? ਕਿ ਜੋਬ ਵੀ ਸੈਲਰੀ ਦੱਸੋ ਕਿੰਨੀ? ਉਹੀ ਨਾ, ਲੇਕਿਨ ਤੁਸੀਂ ਦੱਸ ਦਿਓ ਨਾ, ਫਿਰ ਵੀ ਚੰਗਾ ਨਹੀਂ ਲੱਗਦਾ ਕਿ ਮੈਂ ਆਪਣੀ ਡਿਮਾਂਡ ਦੱਸਾਂ ਤੁਹਾਨੂੰ। ਪਹਿਲੇ ਕਿੰਨੀ ਸੈਲਰੀ ਲੈਂਦੇ ਸੀ ਤੁਸੀਂ ਉਧਰੋਂ? ਉਧਰ ਸੀ 30,000 ਬਸ। 30? ਹਾਂਜੀ। ਇਹਨੂੰ ਤੁਸੀਂ ਡਬਲ ਕਰ ਲਓ। 60? 70? 70? 80? 80? ਲੇਕਿਨ ਇਹ ਤੇ ਇਸ ਜੌਬ ਦੀ ਮਤਲਬ ਇੰਨੀ ਤੇ ਨਹੀਂ ਹੋਣੀ ਚਾਹੀਦੀ ਨਾ। ਜਿੰਨੇ ਤੁਸੀਂ ਖੂਬਸੂਰਤ ਆ ਨਾ, 80,000 ਕੁਛ ਵੀ ਨਹੀਂ ਹੈਗਾ। ਲੇਕਿਨ ਫਿਰ ਵੀ ਚੰਗਾ ਨਹੀਂ ਲੱਗਦਾ ਇੱਦਾਂ। ਤੁਸੀਂ ਨਾ ਬਸ ਮੈਨੂੰ ਮੁਨਾਸਬ ਦੱਸ ਦਿਓ ਕਿੰਨੇ ਦੇਣੇ ਨੇ, ਤਾਂ ਕਿ ਫਿਰ ਮੈਂ ਘਰ ਜਾ ਕੇ। ਤੁਸੀਂ ਜਿਹੜੀ ਮੁਨਾਸਬ ਨਹੀਂ ਲੱਗਦਾ, ਇਹ ਗੱਲਾਂ ਛੱਡ ਦਿਓ। ਮੈਂ ਤੁਹਾਨੂੰ ਨੌਕਰੀ ਵੀ ਦੇ ਰਿਹਾ ਤੇ ਆਪਾਂ ਦੋਨੇ ਦੋਸਤ ਬਣ ਕੇ ਕੰਮ ਕਰਾਂਗੇ। ਦੋਸਤ? ਹਾਂ। ਤਨਖਾਹ ਤੇ ਤੁਹਾਡੀ ਠੀਕ ਆ, ਲੇਕਿਨ ਮੈਨੂੰ ਇਹ ਤੇ ਦੱਸੋ ਕਿ ਮੈਂ ਕਰਨਾ ਕੀ ਹੋਏਗਾ? ਕਰਨਾ ਕੀ ਆ? ਤੂੰ ਦਫ਼ਤਰ ਆਇਆ ਕਰਨਾ, ਮੇਰੇ ਸਾਹਮਣੇ ਬੈਠ ਜਾਇਆ ਕਰਨਾ, ਆਪਾਂ ਘੁੰਮਣਾ ਫਿਰਨਾ, ਖਾਣਾ ਪੀਣਾ, ਇੰਜੋਏ, ਬਸ ਆਹੀ ਤੇਰਾ ਕੰਮ। ਅੱਛਾ। ਹਾਂ। ਘੁੰਮਣਾ ਫਿਰਨਾ ਬਸ? ਬਸ। ਤੁਸੀਂ ਸਹੀ ਕਹਿ ਰਹੇ ਹੋ ਨਾ? ਮੁਕਰੋਗੇ ਤੇ ਨਹੀਂ? ਐਡੀ ਸੋਹਣੀ ਕੁੜੀ ਨਾਲ ਕੋਈ ਮੁੱਕਰ ਸਕਦਾ ਹੈ? ਤੇ ਤਨਖਾਹ ਵੀ ਪੱਕੀ? 80,000? ਇਹ ਤਾਂ ਸਿਰਫ ਤੇਰੀ ਤਨਖਾਹ ਆ 80,000। ਬਾਕੀ ਤੇ ਮੈਂ ਤੇਰਾ ਪੂਰਾ ਖਿਆਲ ਰੱਖਾਂਗਾ। ਅੱਛਾ। ਠੀਕ ਹੈ, ਹੁਣ ਪੱਕੀ ਗੱਲ ਹੈ ਨਾ, ਅਸੀਂ ਦੋਸਤ ਬਣ ਗਏ ਨੇ। ਲੇਕਿਨ ਮੈਂ ਤੇ ਸ਼ੱਕ ਆ। ਨਹੀਂ ਨਹੀਂ, ਸ਼ੱਕ ਤੇ ਨਹੀਂ ਆ, ਯਕੀਨ ਤੇ ਮੈਨੂੰ ਹੋ ਗਿਆ। ਲੇਕਿਨ ਨਾ ਇੱਕ ਦੋ ਮਸਲੇ ਨੇ। ਮਸਲਾ? ਹਾਂ। ਕੀ ਮਸਲਾ? ਮਸਲਾ ਹੈ ਵਾ ਕਿ ਇੱਕ ਤੇ ਮੈਂ ਜਿਸ ਘਰ 'ਚ ਰਹਿੰਦੀ ਆ ਨਾ ਉਹ ਕਿਰਾਏ ਦਾ ਵਾ, ਤੇ ਦੂਜਾ ਇਹ ਆਫਿਸ ਉਸ ਘਰ 'ਚੋਂ ਬਹੁਤ ਦੂਰ ਆ। ਬਸ
ਹਾਂ ਇਹ ਤੇ ਮੈਨੂੰ ਮਸਲਾ। ਆਉਣ ਜਾਣ ਦਾ ਵੀ ਮਸਲਾ ਰਹਿਣਾ ਨਾ ਰੋਜ਼ ਹੀ, ਤੇ ਉਹ ਮੇਰੀ ਜਾਨ ਕਿਉਂ ਪਰੇਸ਼ਾਨ ਹੋਣ ਦੀ ਹੈ? ਘਰ ਵੀ ਤੈਨੂੰ ਲੈ ਦਾਂਗੇ ਤੇ ਗੱਡੀ ਵੀ ਲੈ ਦਾਂਗਾ, ਫਿਰ ਮਸਲਾ ਹੱਲ ਹੋ ਜਾਏਗਾ। ਪੱਕੀ ਗੱਲ? ਅੱਛਾ, ਹੱਲੇ ਵੀ ਤੂੰ ਮੇਰੇ ਤੇ ਸ਼ੱਕ ਕਰਨ ਦੀ ਹੈ? ਬਾਕੀ ਤੁਸੀਂ ਘਰ ਵੀ ਲੈ ਦੋਗੇ ਤੇ ਗੱਡੀ ਵੀ? ਹਾਂ, ਤੈਨੂੰ ਨਹੀਂ ਯਕੀਨ ਮੇਰੇ ਤੇ? ਮੈਨੂੰ ਤੇ ਵਾਕਈ ਯਕੀਨ ਨਹੀਂ ਆ ਰਿਹਾ। ਕੱਲ ਨੂੰ ਹੀ ਤੈਨੂੰ ਘਰ ਵੀ ਲੈ ਦੇਣਾ ਤੇ ਗੱਡੀ ਵੀ। ਪੱਕੀ ਗੱਲ? ਹਾਂ। ਚਲੋ ਠੀਕ ਆ। ਜਾ ਦੇ। ਸ਼ਰਮ ਨਹੀਂ ਆਉਂਦੀ ਤੈਨੂੰ ਇਹ ਹਰਕਤਾਂ ਕਰਦਿਆਂ? ਤੇ ਤੂੰ ਲੜਕੀ ਜਿਹਦੇ ਕੋਲੋਂ ਮੰਗਦੀ ਪਈ ਏ, ਉਹ ਤੇ ਖੁਦ ਮੇਰਾ ਮੁਹਤਾਜ ਏ। ਇਸ ਆਫਿਸ ਦੇ ਵਿੱਚ ਹਰ ਕੰਮ ਕਰਨ ਵਾਲੀ ਲੜਕੀ ਆਪਣੇ ਆਪ ਨੂੰ ਮਹਿਫੂਜ਼ ਸਮਝਦੀ ਹੈ, ਉਹਦੀ ਇੱਜ਼ਤ ਮਹਿਫੂਜ਼ ਹੈ। ਤੂੰ ਮੇਰੀ ਰਿਪਿਊਟ ਖਰਾਬ ਕਰ ਰਹੀ ਹੈ ਮਾਰਕੀਟ ਦੇ ਵਿੱਚ। ਗਲਤੀ ਹੋ ਗਈ ਆ, ਛੱਡ ਦਿਓ ਹੁਣ। ਨਵੀਂ EMPLOYEE ਆਈ ਹੈ ਤੇ ਤੁਸੀਂ ਮੈਨੂੰ ਇੱਜ਼ਤ ਰੱਖ ਰਹੇ ਹੋ। ਤੈਨੂੰ ਤਾਂ ਮੈਂ ਬਾਅਦ ਚੋਂ ਦੇਖਾਂ। ਤੂੰ ਦਫਾ ਹੋ ਜਾ ਇੱਥੋਂ, ਨਿਕਲ ਜਾ ਮੇਰੇ ਆਫਿਸ ਦੇ ਵਿੱਚੋਂ, ਚੱਲ। ਤੇ ਲੜਕੀ ਤੂੰ, ਸਰ ਤੈਨੂੰ ਮੈਨੂੰ ਇਸ ਜੌਬ ਦੀ ਬਹੁਤ ਜ਼ਰੂਰਤ ਹੈ। ਅਗਰ ਜੌਬ ਦੀ ਜ਼ਰੂਰਤ ਹੁੰਦੀ ਤਾਂ ਐਸੀ ਅੱਛੀ ਹਰਕਤ ਨਾ ਕਰਦੀ। ਲਾਲਚ ਇਨਸਾਨ ਨੂੰ ਲੈ ਕੇ ਬਹਿ ਜਾਂਦਾ ਹੈ। ਨਿਕਲ ਜਾ ਇੱਥੋਂ।